ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਰਾਜੇ ਇੱਕ ਪਿੱਛੇ ਜੇ ਇੱਕ ਪੇਪਰ ਹੋਇਆ ਹੈ ਚੰਡੀਗੜ੍ਹ ਪੁਲਿਸ ਦਾ, ਯਾਨੀ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਇੱਕ ਪੋਸਟ ਆਈ ਸੀਗੀ ਅਸਿਸਟੈਂਟ ਸਬ ਇੰਸਪੈਕਟਰ ਦੀ, ASI ਦੀ। ਉਸ ਪੇਪਰ ਦੇ ਵਿੱਚੋਂ ਮੈਂ ਕੰਪਿਊਟਰ ਭਾਗ ਦਾ ਅੱਜ ਐਨਾਲਿਸਿਸ ਕਰਾਉਣ ਜਾ ਰਿਹਾ। ਉਹਦਾ ਕਾਰਨ ਇਹ ਆ ਵੀ ਉਹਦੇ ਵਿੱਚ ਨਾ ਚਾਹੇ ਕੁਐਸਚਨ ਤਾਂ 7-8 ਹੀ ਪੁੱਛੇ ਗਏ ਆ, ਪਰ ਉਹਨਾਂ ਵਿੱਚੋਂ ਬਹੁਤੇ ਕੁਐਸਚਨ ਜਿਹੜੇ ਪੰਜਾਬ ਦੇ ਪੇਪਰਾਂ 'ਚ ਨਹੀਂ ਪੁੱਛੇ ਗਏ, ਬਿਲਕੁਲ ਨਵੇਂ ਕੁਐਸਚਨ ਸੀਗੇ, ਨਵੀਂ ਟੈਕਨੋਲੋਜੀ ਨਾਲ ਰਿਲੇਟਡ ਸੀਗੇ। ਮੈਨੂੰ ਆਏ ਆ ਵੀ ਆਉਣ ਵਾਲੇ ਪੇਪਰਾਂ ਦੇ ਵਿੱਚ ਹੋ ਸਕਦਾ ਪੰਜਾਬ 'ਚ ਵੀ ਪੁੱਛੇ ਜਾਣ, ਤਾਂ ਆਪਾਂ ਅੱਜ ਉਹਨਾਂ ਦੀ ਡਿਸਕਸ਼ਨ ਕਰਾਂਗੇ। ਤਾਂ ਵੀਡੀਓ ਸਟਾਰਟ ਕਰਦੇ ਹਾਂ। ਵੀਡੀਓ ਕੋਈ ਜ਼ਿਆਦਾ ਲੰਬੀ ਨਹੀਂ ਹੋਊਗੀ, ਪਰ ਜਿਹੜੀ ਉਹਦੇ ਵਿੱਚ ਇਨਫੋਰਮੇਸ਼ਨ ਹੋਊਗੀ ਉਹ ਡੈਫੀਨੇਟਲੀ ਤੁਹਾਡੇ ਕੰਮ ਆਊਗੀ। ਤਾਂ ਸ਼ੁਰੂ ਕਰਦੇ ਹਾਂ ਰਾਜੇ। ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ, ਤੁਹਾਡੀ ਮਰਜ਼ੀ ਹੈ। ਬਾਕੀ ਕੁਐਸਚਨ ਜ਼ਰੂਰ ਧਿਆਨ ਨਾਲ ਸੁਣਿਓ। ਤਾਂ ਸਟਾਰਟ ਕਰਦੇ ਹਾਂ ਰਾਜੇ। ਸਭ ਤੋਂ ਪਹਿਲਾ ਕੁਐਸਚਨ ਜਿਹੜਾ ਹੈਗਾ ਉਹ ਤੁਹਾਨੂੰ ਸ਼ਾਇਦ ਆਉਂਦਾ ਹੀ ਹੋਊਗਾ। 43 ਨੰਬਰ ਅਗਰ ਮੈਂ ਗੱਲ ਕਰਾਂ ਤਾਂ ਇਹ ਆਪਾਂ ਪੜਿਆ ਹੋਇਆ ਬਹੁਤ ਵਾਰੀ। ਕਹਿੰਦਾ ਜੀ what is the process that condense file to stored in the less space and therefore sent faster over the internet। ਤਾਂ ਤੁਹਾਨੂੰ ਪਤਾ ਹੈ ਵੀ ਇੰਟਰਨੈਟ ਤੇ ਅਗਰ ਆਪਾਂ ਕੋਈ ਫਾਈਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਭੇਜਣੀ ਹੈ ਤਾਂ ਆਪਾਂ ਉਹਦੀ ਕੀ ਅਗਰ ਆਪਾਂ ਉਹਦਾ ਸਾਈਜ਼ ਘੱਟ ਕਰ ਦਈਏ ਉਹ ਡੈਫੀਨੇਟਲੀ ਕੀ ਹੋ ਜੂਗੀ, ਉਹਦੀ ਟਰਾਂਸਫਰਮੇਸ਼ਨ ਫਾਸਟ ਹੋ ਜੂਗੀ। ਜੋ ਆਪਾਂ ਟ੍ਰਾਂਸਫਰ ਕਰਾਂਗੇ ਤਾਂ ਫਾਸਟਲੀ ਜਾਊਗੀ। ਤਾਂ ਤੁਹਾਨੂੰ ਪਤਾ ਉਹ ਆਪਾਂ ਕੀ ਕਰਦੇ ਹੁੰਦੇ ਰਾਜੇ, ਕੰਪਰੈਸ ਕਰਦੇ ਹੁੰਦੇ ਆ ਉਹਨੂੰ। ਆਪਾਂ ਕੀ ਕਹਿ ਦਾਂਗੇ ਰਾਜੇ, ਡਾਟਾ ਕੰਪਰੈਸ਼ਨ ਕਹਿ ਦਾਂਗੇ। ਤਾਂ ਪਹਿਲਾ ਪ੍ਰਸ਼ਨ ਤਾਂ ਬਹੁਤ ਸੌਖਾ ਹੈ, ਕੋਈ ਜ਼ਿਆਦਾ ਔਖਾ ਨਹੀਂ ਹੈਗਾ ਸੀਗਾ। ਜਿਹੜਾ ਅਗਲਾ ਪ੍ਰਸ਼ਨ ਹੈਗਾ ਉਹ ਜਿਹੜੇ ਬੰਦੇ ਮਿਊਜ਼ਿਕ ਨਾਲ ਰਿਲੇਟਡ ਹੈਗੇ ਉਹਨਾਂ ਨੂੰ ਸ਼ਾਇਦ ਪਤਾ ਹੋਊਗਾ। ਕਹਿੰਦਾ ਜੀ ਇਨ ਦਾ ਕੰਟੈਕਸਟ ਆਫ ਦਾ ਮਲਟੀਮੀਡੀਆ MIDI ਦੀ ਫੁੱਲ ਫਾਰਮ ਦੱਸਣੀ ਹੈ ਰਾਜੇ। ਮਿਊਜ਼ੀਕਲ ਨਾਲ, ਮਿਊਜ਼ਿਕ ਦੇ ਨਾਲ ਜਿਹੜਾ ਹੈਗਾ ਰਿਲੇਟਡ ਇੰਸਟਰੂਮੈਂਟ ਹੈਗਾ। ਤੁਸੀਂ ਸਾਰਿਆਂ ਨੇ ਨਾ ਕੀਬੋਰਡ ਦੇਖਿਆ ਹੋਊਗਾ, ਸ਼ਾਇਦ ਆਹ ਵਾਲਾ ਕੀਬੋਰਡ ਸਭ ਨੇ ਦੇਖਿਆ ਹੋਊਗਾ। ਜਿਵੇਂ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਜਿੰਨੀਆਂ ਵੀ ਬੀਟਸ ਬਣਦੀਆਂ ਨੇ ਆਨਲਾਈਨ ਬਣਦੀਆਂ ਨੇ, ਸੌਫਟਵੇਅਰ ਦੇ ਥਰੂ ਬਣਦੀਆਂ ਨੇ। ਤਾਂ ਇਹ ਜਿਹੜਾ ਮਿਊਜ਼ੀਕਲ ਇੰਸਟਰੂਮੈਂਟ ਹੈਗਾ ਰਾਜੇ, ਇਹਦੀ ਹੀ ਫੁੱਲ ਫਾਰਮ ਦੱਸਣੀ ਆਪਾਂ MIDI। ਤਾਂ ਇਹਨੂੰ ਕੀ ਕਹਿ ਦਿੰਦੇ ਰਾਜੇ, ਇਹਨੂੰ ਕਹਿ ਦਿੰਦੇ ਆ ਮਿਊਜ਼ੀਕਲ ਇੰਸਟਰੂਮੈਂਟ ਡਿਜੀਟਲ ਇੰਟਰਫੇਸ ਕਹਿ ਦਿੰਦੇ ਆ। ਤਾਂ ਆਈ ਹੋਪ ਇਹ ਵੀ ਤੁਹਾਡੇ ਵਾਸਤੇ ਇੱਕ ਨਵਾਂ ਪ੍ਰਸ਼ਨ ਹੋਊਗਾ। ਨੈਕਸਟ ਚੱਲਦੇ ਹਾਂ ਜੀ, ਆਪਾਂ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਅਗਲਾ ਜਿਹੜਾ ਪ੍ਰਸ਼ਨ ਹੈਗਾ ਇਹ ਵੀ ਬਹੁਤ ਵਧੀਆ ਹੈ। ਇੱਕ ਪ੍ਰਸ਼ਨ ਦੇ ਵਿੱਚ ਦੋ ਪ੍ਰਸ਼ਨ ਕੀ ਕੀਤੇ ਗਏ ਆ, ਕੰਪਲੀਟ ਕੀਤੇ ਗਏ ਆ। ਦੱਸਣਾ ਕੀ ਹੈ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਆਰ ਦਾ ਟਰੂ ਵਿਦ ਰਿਗਾਰਡ ਟੂ ਦਾ ਕੰਪਿਊਟਰ। ਟਰੂ ਦੱਸਣਾ ਹੈ। ਪਹਿਲਾਂ ਆਪਾਂ ਪੀ ਸਟੇਟਮੈਂਟ ਪੜ੍ਹਦੇ ਹਾਂ। ਕਹਿੰਦਾ ਦਾ ਪ੍ਰੋਸੈਸ ਆਫ ਕਾਪਿੰਗ ਫਾਈਲ ਟੂ ਦਾ ਸੀਡੀ ਇਜ਼ ਨੋਨ ਐਜ਼ ਦਾ ਕਾਪਿੰਗ। ਤਾਂ ਪਹਿਲੀ ਸਟੇਟਮੈਂਟ ਗਲਤ ਹੋ ਗਈ। ਤੁਹਾਨੂੰ ਮੈਂ ਮੈਰਾਥਨ 'ਚ ਵੀ ਪੜਾਇਆ ਸੀ ਪੁੱਤਰ ਜੀ ਕਿ ਪ੍ਰੋਸੈਸ ਆਫ ਕਾਪਿੰਗ ਫਾਈਲ ਟੂ ਸੀਡੀ ਇਜ਼ ਨੋਨ ਐਜ਼ ਕੀ ਕਹਿ ਦਿੰਦੇ ਆ, ਬਰਨਿੰਗ ਕਹਿ ਦਿੰਦੇ ਆ। ਠੀਕ ਹੈ ਜੀ, ਇਹਦੀ ਇੱਕ ਟੈਕਨੀਕਲ ਟਰਮ ਹੈ ਬਰਨਿੰਗ। ਠੀਕ ਹੈ ਜੀ, ਬਰਨਿੰਗ ਕਹਿ ਦਿੰਦੇ ਆ। ਤਾਂ ਬਰਨ ਕਰਨਾ ਕਹਿੰਦੇ ਸੀਗੇ, ਕਾਪੀ ਕਰਨਾ ਨਹੀਂ ਕਹਿੰਦੇ ਸੀਗੇ। ਦੂਜਾ ਕਹਿੰਦਾ ਜੀ ਟਿਮ ਬਰਨਸ ਲੀ ਵਾਸ ਦਾ ਡਿਵੈਲਪਰ ਆਫ ਦਾ HTML ਐਂਡ ਦਾ ਵੈਬ। ਠੀਕ ਹੈ ਜੀ, ਤਾਂ ਜਿਹੜਾ ਟਿਮ ਬਰਨਸ ਲੀ ਹੈਗਾ ਰਾਜੇ, ਉਹਨੂੰ ਕੀ ਮੰਨਿਆ ਜਾਂਦਾ ਕਿ ਫਾਊਂਡਰ ਮੰਨਿਆ ਜਾਂਦਾ HTML ਦਾ ਤੇ ਵੈਬ ਦਾ ਮਤਲਬ ਕੀ ਹੈ ਜੀ, ਆਪਣਾ WWW ਵਰਲਡ ਵਾਈਡ ਵੈਬ ਜਿਹੜਾ ਆਪਾਂ ਯੂਜ਼ ਕਰਦੇ ਆ ਨਾ ਸਰਵਰ, ਉਹਦੇ ਬਾਰੇ। ਤਾਂ ਇਹ ਜਿਹੜੀ ਕਿਊ ਸਟੇਟਮੈਂਟ ਹੈਗੀ ਹੈ ਤੁਹਾਡੀ ਬਿਲਕੁਲ ਠੀਕ ਹੈਗੀ ਹੈ। ਤਾਂ ਇਹਨੇ ਟਰੂ ਪੁੱਛਿਆ ਸੀ ਤਾਂ ਕੱਲੀ ਕਿਹੜੀ ਹੈ, ਕਿਊ ਵਾਲੀ ਠੀਕ ਹੈ। ਪੀ ਵਾਲੀ ਕੀ ਹੋਗੀ, ਰੋਂਗ ਹੋਗੀ, ਕਿਉਂਕਿ ਬਰਨਿੰਗ ਆਉਣਾ ਸੀਗਾ। ਤਾਂ ਬਰਨਿੰਗ ਆਊਗਾ ਰਾਜੇ ਉੱਥੇ। ਠੀਕ ਹੈ ਜੀ, ਤੇ ਕਾਪਿੰਗ ਨਹੀਂ ਆਊਗਾ। ਨੈਕਸਟ ਚੱਲਦੇ ਹਾਂ ਜੀ, ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਅਗਲਾ ਪ੍ਰਸ਼ਨ ਵੀ ਇਹ ਸਟੇਟਮੈਂਟ ਦੇ ਬਾਰੇ ਪੁੱਛਿਆ ਵੀ ਕਿਹੜੀ ਸਟੇਟਮੈਂਟ ਟਰੂ ਹੈ ਰਿਗਾਰਡਿੰਗ ਟੂ ਦਾ ਵੈਬਸਾਈਟ। ਪੀ ਸਟੇਟਮੈਂਟ ਪੜ੍ਹਦੇ ਆ। ਕਹਿੰਦਾ ਇਹ ਬਲੌਗ ਇਜ਼ ਏ ਵੈਬਸਾਈਟ that consist of the post in the reverse chronological order। ਠੀਕ ਹੈ ਜੀ, ਕਹਿਣ ਦਾ ਮਤਲਬ ਕੀ ਹੈਗਾ ਵੀ ਜਿਹੜੀ ਲੇਟੈਸਟ ਪੋਸਟ ਹੋਊਗੀ ਉਹ ਸਭ ਤੋਂ ਪਹਿਲਾਂ ਦਿਖੂਗੀ ਆਪਾਂ ਨੂੰ। ਤਾਂ ਰਿਵਰਸ ਆਰਡਰ ਦੇ ਵਿੱਚ ਆਪਾਂ ਨੂੰ ਦਿਖਣਗੀਆਂ, ਸਭ ਤੋਂ ਲੇਟੈਸਟ ਪਹਿਲਾਂ ਦਿਖੂਗੀ, ਉਸ ਤੋਂ 올ਡਰ ਜਿਵੇਂ ਆਪਣੀਆਂ ਫੇਸਬੁੱਕ ਦੇ ਉੱਪਰ ਦਿਖਦੀਆਂ ਨੇ। ਠੀਕ ਹੈ ਜੀ, ਤਾਂ ਪਹਿਲੀ ਜਿਹੜੀ ਸਟੇਟਮੈਂਟ ਹੋਗੀ ਤੁਹਾਡੀ ਸਹੀ ਹੋਗੀ, ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਹੀ ਦਿਖਦੀਆਂ ਆਪਾਂ ਨੂੰ। ਅਗਲਾ ਕਹਿੰਦਾ ਜੀ ਇਹ ਵਿਕੀ ਇਜ਼ ਏ ਵੈਬਸਾਈਟ that is designed to allow the people to collaborate easily। ਤਾਂ ਵਿਕੀਪੀਡੀਆ ਆਪਾਂ ਨੂੰ ਪਤਾ ਰਾਜੇ, ਉੱਥੇ ਆਪਾਂ ਕੀ ਕਰ ਸਕਦੇ ਹਾਂ, ਕੋਈ ਇਨਫੋਰਮੇਸ਼ਨ ਪੁੱਟ ਕਰ ਸਕਦੇ ਹਾਂ, ਐਡਿਟ ਕਰ ਸਕਦੇ ਹਾਂ। ਤਾਂ ਦੋਨੇ ਸਟੇਟਮੈਂਟ ਕੀ ਹੋ ਗਈਆਂ ਤੁਹਾਡੀਆਂ, ਟਰੂ ਹੋ ਗਈਆਂ। ਤਾਂ ਇਹਨੇ ਪੁੱਛਿਆ ਸੀਗਾ ਵੀ ਕਿਹੜੀਆਂ ਟਰੂ ਆ ਕਿਹੜੀਆਂ ਫਾਲਸ ਆ, ਤਾਂ ਸੀ ਆਪਸ਼ਨ ਬਣ ਜੂਗਾ ਆਪਣਾ। ਠੀਕ ਹੈ ਜੀ, ਪੀ ਐਂਡ ਕਿਊ। ਨੈਕਸਟ ਚੱਲਦੇ ਹਾਂ ਜੀ ਆਪਾਂ। ਅਗਲਾ ਕੁਐਸਚਨ ਆ ਗਿਆ ਜੀ ਆਪਣੇ ਕੋਲੇ। ਇਨ ਦਾ ਕੰਟੈਕਸਟ ਆਫ ਦਾ ਕੰਪਿਊਟਰਸ ਏ ਟਰੋਜਨ ਹਾਰਸ। ਟਰੋਜਨ ਹਾਰਸ ਤੁਹਾਨੂੰ ਮੈਂ ਕਰਵਾਇਆ ਹੋਇਆ ਹੈ। ਟਰੋਜਨ ਹਾਰਸ ਬੇਸਿਕਲੀ ਇੱਕ ਫਿਲਮ ਵੀ ਆਈ ਹੋਈ ਹੈ, ਹਾਲੀਵੁੱਡ ਮੂਵੀ ਟਰੋਏ ਆਈ ਹੋਈ ਹੈ। ਟਰੋਜਨ ਹਾਰਸ ਕੀ ਸੀਗਾ, ਜਦੋਂ ਗ੍ਰੀਕ ਦਾ ਯੁੱਧ ਹੋਇਆ ਤਾਂ ਉਹਨਾਂ ਨੇ ਉਹ ਐਂਟਰ ਨਹੀਂ ਕਰ ਪਾ ਰਹੇ ਸੀ ਟਰੋਏ ਸ਼ਹਿਰ ਦੇ ਵਿੱਚ, ਕਿਉਂਕਿ ਕਿਲਾ ਬਹੁਤ ਤਕੜਾ ਸੀ। ਫਿਰ ਉਹਨਾਂ ਨੇ ਇੱਕ ਚਾਲ ਚੱਲੀ, ਇੱਕ ਲੱਕੜ ਦਾ ਘੋੜਾ ਤਿਆਰ ਕਰਵਾਇਆ। ਇਸ ਘੋੜੇ ਦੇ ਵਿੱਚ ਬਹੁਤ ਸਾਰੇ ਜਿਹੜੇ ਸੈਨਿਕ ਸੀਗੇ ਉਹ ਵਿੱਚ ਬੈਠ ਗਏ। ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਘੋੜਾ ਗਿਫਟ ਕਰਨਾ ਚਾਹੁੰਦੇ ਆ। ਤਾਂ ਉਹਨਾਂ ਨੇ ਜਦੋਂ ਟਰੋਏ ਸ਼ਹਿਰ ਵਾਲਿਆਂ ਨੇ ਆਪਣੇ ਦਰਵਾਜ਼ੇ ਖੋਲੇ ਤਾਂ ਘੋੜਾ ਅੰਦਰ ਦਾਖਲ ਕਰਤਾ।
ਤਾਂ ਉਹਨਾਂ ਦੀ ਚਾਲ ਕੀ ਹੋ ਗਈ, ਕਾਮਯਾਬ ਹੋ ਗਈ, ਉਹ ਅੰਦਰ ਐਂਟਰ ਹੋਣਾ ਚਾਹੁੰਦੇ ਸੀਗੇ। ਤਾਂ ਜਦੋਂ ਉਹਨਾਂ ਨੇ ਘੋੜਾ ਮਤਲਬ ਦੇਖਿਆ ਤਾਂ ਵਿੱਚੋਂ ਐਨਮੀ ਨਿਕਲੇ, ਮਤਲਬ ਦੁਸ਼ਮਣ ਨਿਕਲੇ, ਉਹਨਾਂ ਨੇ ਉਹਦੇ ਉੱਤੇ ਹਮਲਾ ਕਰਕੇ ਜਿੱਤ ਲਿਆ ਸੀਗਾ ਸ਼ਹਿਰ ਨੂੰ। ਤਾਂ ਉਵੇਂ ਰਾਜੇ ਟਰੋਜਨ ਹਾਰਸ ਬੇਸਿਕਲੀ ਹੁੰਦਾ ਕੀ ਹੈ, ਇੱਕ ਕੋਡ ਹੁੰਦਾ ਹੈ ਜਿਹੜਾ ਕਿ ਐਕਚੁਅਲ ਦੇ ਵਿੱਚ ਹਾਰਮਫੁਲ ਹੁੰਦਾ ਆਪਣੇ ਕੰਪਿਊਟਰ ਵਾਸਤੇ, ਪਰ ਆਪਾਂ ਨੂੰ ਐਂ ਲੱਗਦਾ ਵੀ ਆਪਣੇ ਵਾਸਤੇ ਕੀ ਹੈ, ਇੱਕ ਯੂਜ਼ਫੁਲ ਸੌਫਟਵੇਅਰ ਹੈ। ਤਾਂ ਇਹਦੀ ਜਿਹੜੀ ਰਾਈਟ ਆਪਸ਼ਨ ਬਣਦੀ ਹੈ ਉਹ ਸੀ ਬਣਦੀ ਹੈ। ਕਹਿੰਦਾ ਪਲੇਸਿੰਗ ਇਲੀਗਲ ਇੰਸਟਰਕਸ਼ਨ ਇਨ ਦਾ ਮਿਡਲ ਆਫ ਦਾ ਲੈਗਟੀਮੇਟ ਪ੍ਰੋਗਰਾਮ। ਲੈਗਟੀਮੇਟ ਦਾ ਮਤਲਬ ਹੁੰਦਾ ਜਿਹੜਾ ਆਪਣੇ ਵਾਸਤੇ ਹੈਲਪਫੁਲ ਹੁੰਦਾ, ਯੂਜ਼ਫੁਲ ਹੁੰਦਾ। ਤਾਂ ਜਿਵੇਂ ਉਹਨਾਂ ਨੇ ਦੇਖੋ ਵੇਖਣ ਨੂੰ ਤਾਂ ਘੋੜਾ ਕੀ ਲੱਗ ਰਿਹਾ ਸੀ, ਉਹਨਾਂ ਨੂੰ ਗਿਫਟ ਲੱਗ ਰਿਹਾ ਸੀਗਾ, ਪਰ ਉਹਦੇ ਅੰਦਰ ਕੀ ਬੈਠੇ ਸੀਗੇ, ਦੁਸ਼ਮਣ ਬੈਠੇ ਸੀਗੇ। ਉਵੇਂ ਜਿਹੜਾ ਪ੍ਰੋਗਰਾਮ ਆਪਾਂ ਨੂੰ ਐ ਲੱਗਦਾ ਵੀ ਯੂਜ਼ਫੁਲ ਆ, ਪਰ ਉਹਦੇ ਅੰਦਰ ਕੀ ਹੋਊਗਾ, ਹਾਰਮਲੈਸ ਕੋਡ ਹੋਊਗਾ। ਤਾਂ ਇਹਦਾ ਆਨਸਰ ਕੀ ਬਣ ਗਿਆ ਜੀ, ਸੀ ਬਣ ਗਿਆ। ਅੱਗੇ ਗੱਲ ਕਰੀਏ ਜੀ ਆਪਾਂ, ਨੈਕਸਟ ਕੁਐਸਚਨ ਆ ਗਿਆ ਜੀ, ਕਹਿੰਦਾ ਆਪਰੇਟਿੰਗ ਸਿਸਟਮ ਦਾ ਆਪਰੇਸ਼ਨ ਆਫ ਦਾ ਡੀਫ੍ਰੈਗਮੈਂਟੇਸ਼ਨ ਆਫ ਏ ਹਾਰਡ ਡਿਸਕ। ਠੀਕ ਹੈ, ਡੀਫ੍ਰੈਗਮੈਂਟੇਸ਼ਨ ਦਾ ਮਤਲਬ ਕੀ ਹੁੰਦਾ ਰਾਜੇ, ਬੇਸਿਕਲੀ ਜਿਹੜੀ ਆਪਣੀ ਮੈਮਰੀ ਹੁੰਦੀ ਆ ਹਾਰਡ ਡਿਸਕ ਦੀ, ਉਹਦੇ ਵਿੱਚ ਬਲੌਕ ਦੇ ਵਿੱਚ ਹੁੰਦੀ ਆ। ਮੰਨ ਲਓ ਆਪਾਂ ਐਂ ਮੰਨ ਲਈਏ ਵੀ ਆਪਾਂ ਵੈਸੇ ਮੰਨ ਲੈਂਦੇ ਆ ਕਿ 1 ਕਿਲੋਬਾਈਟ ਦਾ ਬਲੌਕ ਹੈ, ਤੇ ਜਿਹੜੀ ਇਹ ਮੈਮਰੀ ਹੁੰਦੀ ਹੈ ਇਹ ਕੰਟੀਨਿਊਸ ਮੈਨਰ ਦੇ ਵਿੱਚ ਹੁੰਦੀ ਹੈ। ਹੁਣ ਕਈ ਵਾਰੀ ਕੀ ਹੁੰਦਾ ਵੀ ਜਿਹੜੀ ਫਾਈਲਾਂ ਹੁੰਦੀਆਂ, ਹੁਣ ਮੰਨ ਲਓ ਇੱਕ ਫਾਈਲ ਮੇਰੀ ਹੈਗੀ ਹੈ ਮੰਨ ਲਓ 2 KB ਦੀ, ਤਾਂ ਉਹ ਫਾਈਲ ਮੰਨ ਲਓ ਵੀ ਇੱਥੇ ਅੱਧਾ ਪਾਰਟ ਉਹਦਾ ਇੱਥੇ ਆ ਗਿਆ, ਅੱਧਾ ਇੱਥੇ ਆ ਗਿਆ। ਅਗਲੀ ਮੰਨ ਲਓ ਕੁਝ ਇੱਥੇ ਪਈ ਆ ਫਾਈਲ, ਆਹ ਫਾਈਲ ਮੈਂ ਡਿਲੀਟ ਕਰਤੀ, ਤਾਂ ਜਿਹੜਾ ਇੱਥੇ ਸਪੇਸ ਬਚ ਗਿਆ, ਠੀਕ ਹੈ ਜੀ, ਉਹਨੂੰ ਕੀ ਕਰਨਾ ਆਪਾਂ ਰੀਅਰੇਂਜ ਕਰਨਾ ਵੀ ਜਿਹੜਾ ਸਪੇਸ ਖਾਲੀ ਉਹਨੂੰ ਮੈਂ ਇਕੱਠਾ ਕਰ ਦੂੰਗਾ, ਜਿਹੜਾ ਭਰਿਆ ਹੋਇਆ ਉਹਨੂੰ ਮੈਂ ਇਕੱਠਾ ਕਰ ਦੂੰਗਾ, ਉਹਨੂੰ ਕਹਿ ਦਿੰਦੇ ਆ ਡੀਫ੍ਰੈਗਮੈਂਟ ਕਰਨਾ। ਠੀਕ ਹੈ ਜੀ, ਤਾਂ ਇੱਥੇ ਇਹਦਾ ਮਤਲਬ ਕੀ ਹੈ, ਜਿਹੜੀ ਇੱਥੇ ਆਪਸ਼ਨ ਆਉਣੀ ਸੀ ਰਾਜੇ ਬੀ ਆਉਣੀ ਸੀ, ਕਿਉਂਕਿ ਇਹ ਯੂਜ਼ ਕੀ ਕਰਦਾ ਹੈ, ਇਹ ਯੂਜ਼ ਕਰਦਾ ਕੰਪੈਸ਼ਨ ਟੂ ਦਾ ਕੰਬਾਟ ਐਕਸਟਰਨਲ ਫ੍ਰੈਗਮੈਂਟੇਸ਼ਨ ਯੂਜ਼ ਕਰਦਾ। ਠੀਕ ਹੈ ਜੀ, ਤਾਂ ਬੀ ਆਨਸਰ ਆਉਣਾ ਸੀ ਇੱਥੇ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ, ਅਗਲਾ ਆ ਗਿਆ ਜੀ MS ਐਕਸਲ ਦਾ। ਦੇਖੋ ਵੈਸੇ ਤਾਂ ਇਹ ਆਪਾਂ ਐਕਸਲ ਦੇ ਵਿੱਚ ਜਾ ਕੇ ਵੀ ਕਰ ਸਕਦੇ ਸੀ, ਪਰ ਉੱਥੇ ਆਪਣੇ ਕੋਲ ਐਕਸਲ ਨਹੀਂ ਹੁੰਦਾ ਪੇਪਰ ਦੇ ਵਿੱਚ, ਆਪਣੇ ਕੋਲ ਦਿਮਾਗ ਹੀ ਆਪਣਾ ਐਕਸਲ ਬਣਾਉਣਾ ਪੈਣਾ। ਸਮ ਇਫ ਫਾਰਮੂਲਾ ਮੈਂ ਤੁਹਾਨੂੰ ਕਰਵਾਇਆ ਹੋਇਆ, ਕੱਲਾ ਸਮ ਫਾਰਮੂਲਾ ਕੀ ਕਰਦਾ, ਜੋੜ ਕਰਦਾ, ਤੇ ਨਾਲ ਅਗਰ ਮੈਂ ਇਫ ਲਗਾ ਦੂੰਗਾ ਤਾਂ ਕੰਡੀਸ਼ਨ ਵੀ ਨਾਲ ਮੈਨੂੰ ਕੀ ਕਰਨੀ ਪਊਗੀ, ਦੇਖਣੀ ਪਊਗੀ। ਹੁਣ ਧਿਆਨ ਦੇ ਨਾਲ ਇਹ ਚੀਜ਼ ਦੇਖਣੀ ਹੈ ਵੀ ਜਿਹੜਾ ਸਭ ਤੋਂ ਅਗਲਾ ਹੁੰਦਾ ਹੈ ਸਮ ਇਫ ਫਾਰਮੂਲਾ, ਮੈਂ ਬਹੁਤ ਵਾਰੀ ਕਰਵਾਇਆ ਵੀ ਇਹਦੇ ਵਿੱਚ ਆ ਰੇਂਜ ਦੇਖਣ ਵਾਸਤੇ ਹੁੰਦਾ, ਆ ਕੰਡੀਸ਼ਨ ਹੁੰਦੀ ਹੈ, ਆਹ ਜਿਹਦੇ ਉੱਪਰ ਐਕਚੁਅਲ ਸਮ ਹੋਣਾ। ਪਹਿਲਾਂ ਆਪਾਂ ਦੇਖਦੇ ਆ B2 ਤੋਂ B11, ਤਾਂ ਆ B ਵਾਲਾ ਪਿਆ, ਦੇਖੋ B2 ਤੋਂ ਲੈ ਕੇ B11 ਤੱਕ ਆ ਵੈਲਿਊਜ਼ ਪਈਆਂ ਨੇ। ਕਹਿੰਦਾ ਕੰਡੀਸ਼ਨ ਕੀ ਹੈ, ਕਹਿੰਦਾ ਲੈਸ ਦੈਨ 50 ਵਾਲੀਆਂ ਵੈਲਿਊ ਦੇਖੋ, ਤੇ ਇਹਦੇ ਵਿੱਚ ਲੈਸ ਦੈਨ 50 ਵਾਲੀ ਵੈਲਿਊ ਕਿਹੜੀਆਂ ਹੈਗੀਆਂ, ਲੈਸ ਦੈਨ 50 ਵਾਲੀਆਂ ਇੱਕ 30 ਹੈ, ਇੱਕ 32 ਹੈ, ਤੇ ਅੱਗੇ ਜਾ ਕੇ ਇੱਕ 40 ਹੈ। ਠੀਕ ਹੈ, ਇਹ ਪਤਾ ਲੱਗ ਗਿਆ। ਹੁਣ ਜਿਹੜਾ ਸਮ ਹੋਣਾ ਰਾਜੇ, ਸਮ ਕਿਹਦਾ ਹੋਣਾ, D2 ਤੋਂ D11, D2 ਤੋਂ D11 ਆ ਪਿਆ, ਤਾਂ ਜਿਹੜੀਆਂ ਲੈਸ ਵਾਲੀਆਂ ਉਹਨਾਂ ਦਾ ਸਮ ਹੋਣਾ। ਤਾਂ ਲੈਸ ਵਾਲੀਆਂ ਕਿਹੜੀਆਂ ਕਿਹੜੀਆਂ ਹੋ ਗਈਆਂ, ਇੱਕ ਤਾਂ 70 ਹੋ ਗਈ, ਆਪਾਂ ਇੱਥੇ ਲਿਖ ਲੈਂਦੇ ਆ, ਇੱਕ ਕਿਹੜੀ ਹੋ ਗਈ 62 ਹੋ ਗਈ, ਤੇ ਇੱਕ ਕਿਹੜੀ ਹੈਗੀ ਲਾਸਟ ਦੇ ਵਿੱਚ 65। ਤੁਸੀਂ ਤਿੰਨਾਂ ਦਾ ਸਮ ਕਰ ਲਓ, 5 ਤੇ 2 ਕਿੰਨਾ ਹੁੰਦਾ, 7 ਹੁੰਦਾ। ਠੀਕ ਹੈ ਜੀ, 7 6 ਕੀ ਆ ਜੀ, 7 6 13, 13 ਤੇ 6 ਕਿੰਨਾ ਹੋ ਗਿਆ ਜੀ, 19 ਹੋ ਗਿਆ। ਠੀਕ ਹੈ ਜੀ, ਤਾਂ 197 ਆਪਣਾ ਕੀ ਆ ਜਾਊਗਾ, ਆਨਸਰ ਆ ਜਾਊਗਾ। ਜੇ ਕਿਸੇ ਨੂੰ ਨਹੀਂ ਸਮਝ ਆ ਗਿਆ ਰਿਪੀਟ ਕਰ ਲਿਓ, ਸਮ ਇਫ ਫਾਰਮੂਲਾ ਮੈਂ ਬਹੁਤ ਵਾਰੀ ਕਰਵਾਇਆ ਹੋਇਆ ਕਿ ਪਹਿਲਾਂ ਰੇਂਜ ਦੇਖਣ ਵਾਸਤੇ ਕੰਡੀਸ਼ਨ ਦੇਖਦੇ ਆ, ਫਿਰ ਐਕਚੁਅਲ ਸਮ ਜਿਹਦਾ ਹੁੰਦਾ ਉਹ ਜਿਹੜੀਆਂ ਵੈਲਿਊ ਦਿੱਤੀਆਂ ਹੋਣਗੀਆਂ ਥਰਡ, ਠੀਕ ਹੈ ਜੀ, ਉਹ ਐਕਚੁਅਲ ਸਮ ਉੱਤੇ ਹੁੰਦਾ। ਤਾਂ 197 ਆਪਣਾ ਕੀ ਆ ਗਿਆ, ਰਾਈਟ ਆਨਸਰ ਆ ਗਿਆ। ਨੈਕਸਟ ਚੱਲਦੇ ਆ ਜੀ, ਆਪਾਂ ਅੱਗੇ ਮੂਵ ਕਰਦੇ ਆ। ਅਗਲਾ ਲਾਸਟ ਕੁਐਸਚਨ ਬੜਾ ਯੂਜ਼ਫੁਲ ਹੈ, ਅੱਜ ਕੱਲ ਇੱਕ ਨਵੀਂ ਟੈਕਨੋਲੋਜੀ ਆਈ ਹੋਈ ਹੈ ਤੁਹਾਡੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬੇਸ ਦੇ ਉੱਪਰ ਹੈਗੀ ਆ, ਚੈਟ GPT। ਚੈਟ GPT ਬੜੀ ਖਤਰਨਾਕ ਟੈਕਨੋਲੋਜੀ ਹੈ, ਇਹ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਜਿਹੜੀ ਅਨਐਮਪਲੋਇਮੈਂਟ ਹੈਗੀ ਉਹਨੂੰ ਵਧਾ ਦੂਗੀ, ਕਿਉਂਕਿ ਬਹੁਤੇ ਬੰਦਿਆਂ ਦਾ ਕੰਮ ਇਹੀ ਕਰਨ ਲੱਗ ਜੂਗੀ। ਜਿਹੜੀਆਂ ਵੀਡੀਓ ਐਡੀਟਿੰਗ ਕਰਦੇ ਆ ਆਪਾਂ, ਆਰਟੀਕਲ ਲਿਖਦੇ ਆ, ਡਿਸਕ੍ਰਿਪਸ਼ਨ ਲਿਖਦੇ ਆ, ਕੰਟੈਂਟ ਰਾਈਟਿੰਗ ਕਰਦੇ ਆ, ਸਾਰਾ ਕੁਝ ਇਹ ਆਪਣੇ ਆਪ ਹੀ ਕਰੂਗੀ। ਕਿਵੇਂ ਕਰੂਗੀ ਉਹ ਮੈਂ ਤੁਹਾਨੂੰ ਲਾਈਵ ਵੀ ਕਰਕੇ ਦਿਖਾਉਣਾ ਹੈ। ਚੈਟ GPT ਕਹਿੰਦਾ ਇਜ਼ ਐਨ AI ਚੈਟਬੂਟ ਡਿਵੈਲਪਡ ਬਾय ਦਾ ਓਪਨ AI, ਦਾ ਮਤਲਬ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ, ਤੇ ਨਵੰਬਰ 2022 ਚ ਲਾਂਚ ਕੀਤੀ ਗਈ ਹੈ। ਇਹਨੇ ਫੁੱਲ ਫਾਰਮ ਪੁੱਛੀ ਹੈ ਵੀ ਚੈਟ GPT ਦੀ ਫੁੱਲ ਫਾਰਮ ਕੀ ਹੈ। ਚੈਟ GPT ਦੀ ਫੁੱਲ ਫਾਰਮ ਹੈਗੀ ਹੈ ਰਾਜੇ, ਚੈਟ ਜਨਰੇਟਿਵ ਪ੍ਰੀ ਟ੍ਰੇਨਡ ਟਰਾਂਸਫਾਰਮਰ। ਪ੍ਰੀ ਟ੍ਰੇਨਡ ਦਾ ਮਤਲਬ ਕੀ ਹੈ ਕਿ ਜਿਹੜੀ ਮਸ਼ੀਨ ਹੈਗੀ ਹੈ ਉਹਨੂੰ ਇਸ ਤਰ੍ਹਾਂ ਟ੍ਰੇਨ ਕੀਤਾ ਗਿਆ ਵੀ ਆਪਾਂ ਕੁਝ ਵੀ ਚੀਜ਼ ਲਿਖਾਂਗੇ ਨਾ ਉਹ ਤੁਹਾਨੂੰ ਆਪਣੇ ਆਪ ਬਣਾ ਕੇ ਦਊਗੀ। ਤਾਂ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ, ਆਪਾਂ ਤੁਹਾਨੂੰ ਲਾਈਵ ਵੀ ਕਰਕੇ ਦਿਖਾ ਦਿੰਦੇ ਹਾਂ ਇੱਕ ਵਾਰੀ ਵੀ ਚੈਟ GPT ਐਕਚੁਅਲ ਚ ਕਰਦੀ ਕੀ ਹੈ। ਚੈਟ GPT ਇੱਕ ਗੂਗਲ ਕੰਪਨੀ ਦੀ ਹੀ ਬਣਾਈ ਗਈ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਹੈ। ਤੁਸੀਂ ਕੀ ਕਰਨਾ ਰਾਜੇ, ਆਪਣਾ ਗੂਗਲ ਦੇ ਵਿੱਚ ਜਾ ਕੇ, ਮੈਂ ਤਾਂ ਵੈਸੇ ਲੌਗਇਨ ਕਰ ਲਿਆ, ਤੁਸੀਂ ਲੌਗਇਨ ਕਰ ਲਿਓ। ਤੁਸੀਂ ਕਰਨਾ ਕਿ ਗੂਗਲ ਦੇ ਵਿੱਚ ਜਾ ਕੇ ਲਿਖਿਆ ਚੈਟ GPT ਲਿਖਣਾ ਹੈ। ਚੈਟ GPT ਲਿਖੋਗੇ ਨਾ, ਸਰਚ ਕਰੋਗੇ ਤਾਂ ਸਭ ਤੋਂ ਪਹਿਲਾਂ ਲਿੰਕ ਆ ਜਾਊਗਾ ਚੈਟ GPT, ਇੱਥੇ ਕਲਿੱਕ ਕਰਿਓ। ਮੈਂ ਲੌਗਇਨ ਕਰ ਚੁੱਕਿਆ, ਤੁਹਾਨੂੰ ਇੱਥੇ ਸਾਈਨ ਇਨ ਸਾਈਨ ਅਪ ਦੀ ਆਪਸ਼ਨ ਆ ਜਾਊਗੀ। ਸਾਈਨ ਅਪ ਕਰੋਗੇ, ਗੂਗਲ Gmail ਦੀ ਕੋਈ ਆਈਡੀ ਭਰ ਦਿਓ, ਫਿਰ ਉਹ ਵੈਰੀਫਿਕੇਸ਼ਨ ਮੰਗੂਗਾ, ਉਸ ਤੋਂ ਬਾਅਦ ਤੁਹਾਡਾ ਲੌਗਇਨ ਕ੍ਰੀਏਟ ਹੋ ਜਾਊਗਾ, ਪਾਸਵਰਡ ਕ੍ਰੀਏਟ ਹੋ ਜਾਊਗਾ।
ਉਸ ਤੋਂ ਬਾਅਦ ਆ ਚੈਟ ਜੀਪੀਟੀ ਦਾ ਕੀ ਆ ਗਿਆ ਜੀ, ਮੇਰੇ ਕੋਲ ਇੰਟਰਫੇਸ ਆ ਗਿਆ। ਆ ਦੇਖੋ, ਅਗਰ ਮੈਂ ਇਹਨੂੰ ਇੱਥੇ ਕੁਝ ਵੀ ਲਿਖੂੰਗਾ, ਮੈਂ ਲਿਖ ਦੂੰਗਾ ਹਾਏ, ਤਾਂ ਇਹ ਮੈਨੂੰ ਮਸ਼ੀਨ ਆਪਣੇ ਆਪ ਆਨਸਰ ਦਊਗੀ। ਆ ਹਾਏ ਮੈਂ ਲਿਖਿਆ ਤਾਂ ਇਹਨੇ ਮੈਨੂੰ ਲਿਖਤਾ ਹੈਲੋ ਹਾਊ ਕੈਨ ਆਈ ਅਸਿਸਟ ਯੂ ਟੂਡੇ। ਹੁਣ ਮੰਨ ਲਓ ਮੈਂ ਇਹਨੂੰ ਕੁਝ ਵੀ ਕਹਿ ਦੇਵਾਂ, ਕੁਝ ਵੀ ਤੁਸੀਂ ਕੰਮ ਕਹਿ ਦੋ, ਇਹਨੇ ਕਰ ਦੇਣਾ। ਮੰਨ ਲਓ ਮੈਨੂੰ ਕਹਿ ਦੇਵਾਂ ਵੀ ਰਾਈਟ ਸ਼ਾਰਟ ਨੋਟ ਔਨ ਦਾ ਪੰਜਾਬ, ਵੈਸੇ ਕੁਝ ਵੀ ਲਿਖ ਦਿਓ ਤੁਸੀਂ, ਰਾਈਟ ਸ਼ਾਰਟ ਨੋਟ, ਠੀਕ ਹੈ ਜੀ, ਔਨ ਪੰਜਾਬ, ਤਾਂ ਤੁਹਾਨੂੰ ਪੰਜਾਬ ਦੇ ਬਾਰੇ ਸਭ ਕੁਝ ਆਪਣੇ ਆਪ ਲਿਖ ਕੇ ਦਊਗੀ। ਤੁਹਾਡੇ ਸਾਹਮਣੇ ਆ ਦੇਖੋ, ਮੈਂ ਇਹਨੂੰ ਕਹਿਤਾ ਤਾਂ ਦੇਖੋ ਆਪਣੇ ਆਪ ਲਿਖ ਰਹੀ ਹੈ, ਮੈਂ ਕੁਝ ਨਹੀਂ ਕਹਿ ਰਿਹਾ। ਦੇਖੋ ਮੇਰੇ ਹੱਥਾਂ ਦੇਖ ਲਓ, ਮੈਂ ਟਾਈਪ ਨਹੀਂ ਕਰ ਰਿਹਾ, ਨਾਲੇ ਇੰਨੀ ਟਾਈਪਿੰਗ ਫਾਸਟ ਮੈਂ ਕਰ ਹੀ ਨਹੀਂ ਸਕਦਾ। ਤਾਂ ਦੇਖੋ ਆਪਣੇ ਆਪ ਲਿਖ ਰਹੀ ਹੈ ਪੰਜਾਬ ਦੇ ਬਾਰੇ। ਤਾਂ ਦੇਖੋ ਕਿੰਨੀ ਤਕੜੀ ਚੀਜ਼ ਹੈ ਚੈਟ ਜੀਪੀਟੀ। ਆਹ ਦੇਖੋ, ਇਹ ਸਭ ਕੁਝ ਦੱਸ ਦੂਗਾ, ਇਕਨੋਮੀ ਦੱਸ ਦੂਗਾ, ਹਿਸਟੋਰੀਕਲ ਦੱਸ ਦੂਗਾ, ਸਿਗਨੀਫਿਕੈਂਸ ਦੱਸ, ਟੂਰਿਜ਼ਮ ਦੱਸ ਦੂਗਾ, ਲੈਂਗੁਏਜ ਦੱਸ ਦੂਗਾ। ਆ ਦੇਖੋ ਕੀ ਕੁਝ ਲਿਖਤਾ। ਹਜੇ ਮੈਂ ਸ਼ਾਰਟ ਨੋਟ ਕਿਹਾ, ਸ਼ਾਰਟ ਨੋਟ ਦੇ ਵਿੱਚ ਵੀ ਇਹਨੇ ਬਹੁਤ ਵਧੀਆ ਪੁਆਇੰਟ ਬਣਾਤੇ। ਆਪਾਂ ਵੇਖਦੇ ਚੈੱਕ ਕਰਦੇ ਹਾਂ ਵੀ ਸਹੀ ਲਿਖਿਆ। ਕਹਿੰਦਾ ਜੀ ਜੀਓਗ੍ਰਾਫੀਕਲ ਅਗਰ ਆਪਾਂ ਦੇਖੀਏ ਤਾਂ ਕਹਿੰਦਾ ਇਹਨੂੰ ਕਹਿੰਦੇ ਆ ਲੈਂਡ ਆਫ 5 ਰਿਵਰ ਕਹਿ ਦਿੰਦੇ ਆ, ਠੀਕ ਹੈ ਜੀ। ਇਹਦਾ ਨਾਮ ਤਾਂ ਪਿਆ ਜੇਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਕਰਕੇ ਪਿਆ, ਠੀਕ ਹੈ ਜੀ। ਐਗਰੀਕਲਚਰ ਹੱਬ ਕਹਿੰਦੇ ਆ। ਕਲਚਰਲ ਦੱਸਤਾ ਇਹਨੇ ਵੀ, ਕਲਚਰਲ ਚੱਕਰ, ਸਿੱਖੀਜ਼ਮ ਦੱਸਤਾ, ਠੀਕ ਹੈ ਜੀ। ਤਾਂ ਗੋਲਡਨ ਟੈਂਪਲ ਬਾਰੇ ਦੱਸਤਾ ਇਹਨੇ, ਠੀਕ ਹੈ। ਹਿਸਟੋਰੀਕਲ ਸਿਗਨੀਫਿਕੈਂਸ ਦੱਸਤੀ ਹੈ, ਠੀਕ ਹੈ ਜੀ। ਗੁਪਤ ਪੀਰੀਅਡ, ਮੁਗਲ ਪੀਰੀਅਡ, ਠੀਕ ਹੈ ਜੀ, ਮੌਰਿਆ, ਸਾਰਾ ਕੁਝ ਦੱਸਤਾ। ਯਾਨੀ ਕਿ ਇਕਨੋਮੀ ਦੱਸਤੀ, ਲੈਂਗੁਏਜ ਦੱਸਤੀ, ਠੀਕ ਹੈ ਜੀ। ਦੇਖੋ ਆ ਹੈ ਚੈਟ ਜੀਪੀਟੀ, ਤਾਂ ਬੜੀ ਖਤਰਨਾਕ ਚੀਜ਼ ਹੈ। ਆਉਣ ਵਾਲੇ ਟਾਈਮ ਦੇ ਵਿੱਚ ਬਹੁਤਿਆਂ ਦੀ ਜੌਬ ਖੋਲੂਗੀ। ਮੈਂ ਤਾਂ ਵੈਸੇ ਇਹ ਜੀ ਚੀਜ਼ਾਂ ਦੇ ਹੱਕ ਵਿੱਚ ਨਹੀਂ ਹੈਗਾ। ਤੁਸੀਂ ਇਹਦੇ ਹੱਕ 'ਚ ਹੈਗੇ ਆ ਜਾਂ ਨਹੀਂ ਹੈਗੇ, ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਬਾਕੀ ਪੇਪਰ ਦੇ ਵਿੱਚ 2-3 ਕੁਐਸਚਨ ਬਿਲਕੁਲ ਨਵੇਂ ਸੀਗੇ। ਆਈ ਹੋਪ ਤੁਹਾਨੂੰ ਇਹ ਛੋਟੀ ਜਿਹੀ ਵੀਡੀਓ ਤੋਂ 1-2 ਕੁਐਸਚਨ ਨਵੇਂ ਸਿੱਖਣ ਨੂੰ ਜ਼ਰੂਰ ਮਿਲੇ ਹੋਣਗੇ। ਜੇ ਵੀਡੀਓ ਤੁਹਾਨੂੰ ਇਨਫੋਰਮੇਟਿਵ ਲੱਗੀ ਹੈ ਰਾਜੇ, ਤਾਂ ਲਾਈਕ ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਇੱਥੇ ਪੇਪਰ ਏ, ਪੰਜਾਬ ਜੀਕੇ, ਪੰਜਾਬੀ ਗ੍ਰਾਮਰ, ਕੰਪਿਊਟਰ, ਕਰੰਟ ਅਫੇਅਰ ਤੇ ਆਪਣੀ ਪੋਲਿਟੀ ਦੀ ਤਿਆਰੀ ਬਹੁਤ ਵਧੀਆ ਢੰਗ ਨਾਲ ਕਰਾਈ ਜਾਂਦੀ ਹੈ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।